तेरी रास। तुम मात पिता हम बारक तेरे, तुम्हारी कृपा में सुख कोई न जाने। तुम्हारा अंत ऊंचे ते ऊंचा भगवंत, सगल समगरी तुम रह सूतर तारी। तुम ते होए सो तुमरी गत मित तुम ही जानी। नानक दास सदा कुर्बानी। बोलो जी वाहेगुरु। एक ओंकार वाहिगुरु जी की फतेह। श्री भगवती जी सहाय। वार श्री भगवती जी की पातशाही दसवीं। प्रथम भगवती सिमर कै गुरु नानक लई ध्याए। फिर अंगद गुर ते अमरदास रामदास होई सहाय। हर जन हर गोबिंद नो सिमरो श्री हर राय। श्री हर कृष्ण ध्याई है, जिस डिठे सब दुख जाए। तेग बहादुर सिमरिया घर नौ निद आवे धाए। सब थाई होए सहाय। दसवें पातशाह श्री गुरु गोबिंद सिंह जी महाराज सब थाई होए सहाय। दसां पातशाहियां दी जोत श्री गुरु ग्रंथ साहिब जी दे पाठ। दीदार दा ध्यान धर के बोलो जी। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ, ਚਾੜੀਆਂ ਮੁਕਤਿਆਂ, ਹਠੀਆਂ ਜਪੀਆਂ ਤਪੀਆਂ। ਜਿਨ੍ਹਾਂ ਨਾਮ ਜਪਿਆ ਵੰਡ ਛਕਿਆ। ਦੇਗ ਚਲਾਈ ਤੇ ਗਵਾਹੀ, ਦੇਖ ਕੇ ਅਣਡਿਠ ਕੀਤਾ। ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ। ਬੰਦ ਬੰਦ ਕਟਾਏ, ਖੋਪੜੀਆਂ ਲੋਹਾਈਆਂ, ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ। ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ। ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿਤ ਆਵੇ ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਰਦਾਨ, ਨਾਮ ਦਾਨ। ਸ੍ਰੀ ਅੰਮ੍ਰਿਤਸਰ ਜੀ ਕੇ ਇਸ਼ਨਾਨ। ਚੌਂਕੀਆਂ ਝੰਡੇ ਭੁੰਗੇ ਜੁਗੋ ਜੁਗ ਅਟਲ। ਧਰਮ ਕਾ ਜੈਕਾਰ ਬੋਲੋ ਜੀ। ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ। ਹੋਰ ਗੁਰਦੁਆਰਿਆਂ ਗੁਰੂ ਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ। ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨੀ ਤਾਣਿਆਂ ਦੇ ਤਾਣ, ਨੀ ਓਟਿਆਂ ਦੀ ਓਟ। ਸੱਚੇ ਪਿਤਾ ਵਾਹਿਗੁਰੂ ਜੀ। ਧੰਨ ਧੰਨ ਬਾਲਾ ਪ੍ਰੀਤਮ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਮਹਾਰਾਜ। ਆਪ ਜੀ ਕੇ ਮਹਾਨ ਪਵਿੱਤਰ ਸਥਾਨ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਜੀ ਵਿਖੇ ਸਨ 1984 ਵਿੱਚ ਸ਼ਹੀਦ ਸਮੂਹ ਸਿੰਘ ਸਿੰਘਣੀਆਂ ਦੀ 40ਵੀਂ ਵਰ੍ਹੇਗੰਢ ਮਨਾਉਂਦਿਆਂ ਹੋਇਆਂ ਮਹਾਨ ਅਰਦਾਸ ਸਮਾਗਮ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਕਰਵਾਏ ਗਏ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ।
आप जी की पावन हजूरी अंदर सुंदर दीवान सजे, सजे होए दीवाना अंदर इलाही बाणी दे रबी कीर्तन। पंथक विचारा होइयां छे पौड़ियां आनंद साहिब जी के गायन होए, समुची सेवा निभाउंदियां बाणी पढ़दियां सुणदियां अणजाण बचियां पासों होइयां। बेअंत प्रकार दियां भुल्लां दी खिमा बख्शनी जी, अगां वास्ते सुमत प्रदान करनी। समूह दर आई साध संगत दी हाजरी दर परवान करनी। तिल फुल माया भेटावां परवान करनियां, दरों घरों नामदान देह अरोगता। चढ़दी कला दी दात बख्शिश करनी जी, समूह शहीद सिंह ਸਿੰਘਣੀਆਂ ਦੇ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ। ਬੱਚਿਆਂ ਨੂੰ ਗੁਰਸਿੱਖੀ ਵਾਲਾ ਜੀਵਨ ਬਖਸ਼ਿਸ਼ ਕਰਨਾ। ਹਰ ਮੈਦਾਨ ਹਰ ਦੀਵਾਨ ਫਤਿਹ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ ਜੀ। ਪੰਥ ਨੂੰ ਸਦਾ ਚੜ੍ਹਦੀ ਕਲਾ ਬਖਸ਼ਿਸ਼ ਕਰਨੀ। ਪੰਥ ਵਿੱਚ ਏਕਤਾ ਇਤਫਾਕ ਬਖਸ਼ਿਸ਼ ਕਰਨਾ। ਅੰਗ ਸੰਗ ਆਪ ਸਹਾਈ ਹੋਣਾ। ਸਰਬਤ ਸੰਗਤ ਦੇ ਕਾਰੋਬਾਰਾਂ ਵਿੱਚ ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਨੀ। ਕਿਰਪਾ ਕਰਨਾ ਸਤਿਗੁਰੂ ਸਮੂਹ ਸੇਵਕ ਪਰਿਵਾਰਾਂ ਵਿੱਚ ਆਪਸੀ ਮੇਲ ਪਿਆਰ ਇਤਫਾਕ ਬਖਸ਼ਿਸ਼ ਕਰਨਾ। ਆਪ ਜੀ ਕੇ ਹਜ਼ੂਰ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ। ਦਰ ਪਰਵਾਨ ਹੋਵੇ ਪਰਵਾਨਿਆਂ ਪ੍ਰਸ਼ਾਦ। ਸਾਧ ਸੰਗਤ ਵਿੱਚ ਵਰਤੇ ਕਰੋ ਕਿਰਪਾ। ਅਟਲ ਹੁਕਮ ਬਖਸ਼ ਕੇ ਸਮੂਹ ਸਾਧ ਸੰਗਤ ਨੂੰ ਨਦਰੀ ਨਦਰ ਨਿਹਾਲ ਕਰੋ। ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਰਬਤ ਦੇ ਕਾਰਜ ਰਾਸ ਕਰਨੇ। ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇਵੰਦ ਹੋਵਣ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਕਾ ਭਲਾ। ਦੇਖੋ ਅੱਜ 1984 ਦੇ ਕਤਲੇਆਮ ਨੂੰ ਜੋ ਜੈਨੋਸਾਈਡ ਹੋਇਆ ਸੀ 1984 ਦੇ ਵਿੱਚ ਸਿੱਖਾਂ ਦਾ ਦਿੱਲੀ ਦੇ ਵਿੱਚ ਤੇ ਹਿੰਦੁਸਤਾਨ ਦੇ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ, ਉਸ ਦੇ ਅੱਜ 40 ਸਾਲ ਪੂਰੇ ਹੋ ਗਏ। 40ਵੀਂ ਵਰ੍ਹੇਗੰਢ ਹੈ। ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ ਪਰਸੋਂ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਸਨ। ਅੱਜ ਜਿੱਥੇ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਹੋਈ ਆ, ਉਹਨਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ, ਉਹਨਾਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ ਆ। ਉੱਥੇ ਨਾਲ ਹੀ ਅਸੀਂ ਇਹ ਵੀ ਗੁਰੂ ਮਹਾਰਾਜ ਦੇ ਚਰਨਾਂ 'ਚ ਅਰਦਾਸ ਕੀਤੀ ਆ ਕਿ ਜਿਹੜੇ ਦੋਸ਼ੀ ਹਨ, ਜਿਨ੍ਹਾਂ ਨੇ ਕਤਲੇਆਮ ਕਰਵਾਇਆ, ਜਿਨ੍ਹਾਂ ਦਾ ਹੱਥ ਸੀ ਇਹਦੇ ਵਿੱਚ, ਉਹਨਾਂ ਨੂੰ ਬਣਦੀਆਂ ਸਜ਼ਾਵਾਂ ਜਿਹੜੀਆਂ ਉਹ ਦਿੱਤੀਆਂ ਜਾਣ। ਜਿਹੜੇ ਕੇਸ ਚੱਲ ਰਹੇ ਆ ਉਹਨਾਂ ਦੇ ਨਾਲ ਹੋਰ ਤੇਜ਼ੀ ਦੇ ਨਾਲ, ਹੋਰ ਸਰਗਰਮੀ ਦੇ ਨਾਲ ਅਸੀਂ ਉਹ ਕੇਸ ਲੜਾਂਗੇ। ਜਿਹੜੇ ਜੇਲ੍ਹਾਂ ਦੇ ਅੰਦਰ ਹੈ ਉਹਨਾਂ ਨੂੰ ਉਹ ਜੇਲ੍ਹਾਂ ਦੇ ਅੰਦਰ ਰਹਿਣ, ਜਿਹੜੇ ਬਾਹਰ ਘੁੰਮ ਰਹੇ ਆ ਉਹ ਜੇਲ੍ਹਾਂ ਦੇ ਅੰਦਰ ਜਾਣ। ਇਹ ਸਾਡੀ ਕੋਸ਼ਿਸ਼ ਹੋਏਗੀ। ਅੱਜ ਅਸੀਂ ਇਸ ਗੱਲ ਦਾ ਵੀ ਜਿਹੜਾ ਇੱਥੇ ਫੈਸਲਾ ਲਿਆ ਹੈ ਕਿ 1984 ਦੇ ਹਰ ਇੱਕ ਕੇਸ ਨੂੰ ਬੜੀ ਬਰੀਕੀ ਦੇ ਨਾਲ, ਬੜੀ ਸਰਗਰਮੀ ਦੇ ਨਾਲ ਜਿਹੜਾ ਉਹ ਲੜਿਆ ਜਾਏਗਾ। ਇਹ ਬਹੁਤ ਵੱਡਾ ਜਿਹੜਾ ਘੱਲੂਘਾਰਾ ਸੀ, ਜੈਨੋਸਾਈਡ ਸੀ, ਜਿਹੜਾ ਬੜੀ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਤਤਕਾਲੀਨ ਉਸ ਸਮੇਂ ਦੀ ਸਰਕਾਰ ਜਿਹੜੀ ਸੀ ਉਹਨਾਂ ਨੇ ਕੀਤਾ। ਨਿਸ਼ਾਨਦੇਹੀਆਂ ਕਰ ਕਰਕੇ ਸਿੱਖਾਂ ਨੂੰ ਮਾਰਿਆ, ਸਿੱਖਾਂ ਦੇ ਗਲਾਂ ਦੇ ਵਿੱਚ ਟਾਇਰ ਪਾ ਪਾ ਕੇ ਸਾੜਿਆ, ਜਿਹਦੇ ਵਿੱਚ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ, ਧਰਮਦਾਸ ਸ਼ਾਸਤਰੀ, HKL ਭਗਤ, ਮਾਕਨ, ਜਿਸ ਤਰ੍ਹਾਂ ਦੇ ਕਾਂਗਰਸ ਦੇ ਵੱਡੇ ਲੀਡਰ ਜਿਹੜੇ ਉਹਦੇ 'ਚ ਸ਼ਾਮਲ ਸੀ। ਮੈਂ ਸਮਝਦਾ ਕਿ ਇਸ ਤਰ੍ਹਾਂ ਦਾ ਦੇਸ਼ ਦੇ ਵਿੱਚ ਕਦੀ ਇਹੋ ਜਿਹਾ ਨਹੀਂ ਹੋਇਆ ਕਿ ਦੇਸ਼ ਦੀ ਸਰਕਾਰ, ਦੇਸ਼ ਦੀ ਪੁਲਿਸ ਦਾ ਹੱਥ ਹੋਵੇ ਔਰ ਇੱਕ ਮਾਈਨੋਰਿਟੀ ਦੇ ਉੱਤੇ ਇਸ ਤਰ੍ਹਾਂ ਦਾ ਕਤਲੇਆਮ ਕੀਤਾ ਜਾਏ। ਇਹ ਬੜੇ ਦੁੱਖ ਦੀ ਗੱਲ ਸੀ, ਜਿਹੜਾ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ। ਨਵੰਬਰ 1984 ਦੇ ਵਿੱਚ ਹੋਏ ਸਿੱਖ ਸ਼ਹੀਦਾਂ ਦੀ ਯਾਦ ਦੇ ਵਿੱਚ 40ਵੀਂ ਸਾਲਾਨਾ ਯਾਦਗਾਰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅੱਜ ਬੰਗਲਾ ਸਾਹਿਬ ਵਿਖੇ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਔਰ ਇਸ ਮੌਕੇ ਤੇ ਉਹਨਾਂ ਨੂੰ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਔਰ ਕਿਹਾ ਗਿਆ ਕਿ ਜਿਹੜੇ ਲੜਾਈ ਅਸੀਂ 1984 ਦੀ ਲੜ ਰਹੇ ਹਾਂ ਔਰ ਇਸ ਲੜਾਈ ਨੂੰ ਤੇਜ਼ੀ ਕਰਨ ਵਾਸਤੇ ਅਸੀਂ
13 ਤੋਂ ਲੈ ਕੇ ਅੱਜ ਤੱਕ 19 ਦੇ ਵਿੱਚ ਅਸੀਂ ਜਿਹੜਾ ਸੈਸ਼ਨ ਕੋਰਟ ਵਿੱਚ ਅਸੀਂ ਕੇਸ ਹਾਰ ਗਏ ਸੀਗੇ। ਅਸੀਂ ਅਪੀਲ ਫਾਈਲ ਕੀਤੀ ਔਰ 17 ਦਸੰਬਰ 2019 ਨੂੰ ਹਾਈ ਕੋਰਟ ਦੀ ਗੀਤਾ ਮਿੱਤਲ ਦੀ ਕੋਰਟ ਵਿੱਚੋਂ ਅਸੀਂ ਇਨਸਾਫ ਲੈਣ ਵਿੱਚ ਕਾਮਯਾਬ ਹੋਏ ਹਾਂ ਔਰ ਸੱਜਣ ਕੁਮਾਰ ਨੂੰ ਉੱਥੇ ਜੇਲ੍ਹ ਭੇਜਿਆ ਔਰ ਅੱਜ ਤੱਕ ਉਹ ਜੇਲ੍ਹ ਵਿੱਚ ਹੀ ਹੈ, ਉਮਰ ਕੈਦ ਦੀ ਸਜ਼ਾ ਹੋਈ। ਉਸ ਦੇ ਨਾਲ ਮਹੀਪਾਲਪੁਰ ਕੇਸ ਦੇ ਵਿੱਚ 2 ਬੰਦੇ ਸੀਗੇ, ਯਸ਼ਪਾਲ ਸਿੰਘ ਇੱਕ ਹੋਰ, ਇੱਕ ਨੂੰ ਉਮਰ ਕੈਦ ਤੇ ਇੱਕ ਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ, ਉਹ ਵੀ ਅੱਜ ਤੱਕ ਜੇਲ੍ਹਾਂ ਵਿੱਚ ਨੇ। ਉਸ ਦੇ ਬਾਅਦ ਅਸੀਂ ਟਾਈਟਲਰ ਦੇ ਖਿਲਾਫ ਕੇਸ ਚਲਾਇਆ, ਉਹਦੇ ਵਿੱਚ ਵੀ ਅਸੀਂ ਕਾਮਯਾਬ ਹੋਏ ਹਾਂ, ਉਹਦੇ ਖਿਲਾਫ ਚਾਰਜ ਸ਼ੀਟ ਫਾਈਲ ਹੋਈ। ਹੁਣ ਚਾਰਜ ਵੀ ਫਰੇਮ ਹੋ ਗਿਆ, ਹੁਣ ਉਹਦੇ ਖਿਲਾਫ ਟ੍ਰਾਇਲ ਚੱਲ ਰਿਹਾ ਹੈਗਾ, ਉਹਦੀ ਵੀ ਕੰਟੀਨਿਊ ਚੱਲ ਰਿਹਾ, ਉਹਦੇ ਵਿੱਚ ਵੀ ਸਾਨੂੰ ਉਮੀਦ ਹੈ ਕਿ ਹੋ ਜਾਏਗਾ। ਜਿੱਥੇ ਅਸੀਂ ਹੋਰ ਕੋਰਟਾਂ ਵਿੱਚ ਵੀ ਜਿਹੜੇ ਕਾਂਗਰਸ ਨੇ ਵਰਕਰਾਂ ਨੇ ਉੱਤੇ ਕਰਾਇਆ ਸੀਗਾ, ਉਹਨਾਂ ਦੇ ਵੀ ਖਿਲਾਫ ਕੇਸ ਚੱਲ ਰਹੇ ਨੇ, ਉਹ ਕੇਸਾਂ ਵਿੱਚ ਵੀ ਬਹੁਤ ਜਲਦ ਸਜ਼ਾ ਹੋਏਗੀ। ਜਿੱਥੇ ਦਿੱਲੀ 'ਚ ਅਸੀਂ ਕਾਰਵਾਈ ਕਰ ਰਹੇ ਹਾਂ, ਉੱਥੇ ਕਾਨਪੁਰ, ਬੁਖਾਰੋ, ਉੱਥੇ ਵੀ ਅਸੀਂ ਕੋਸ਼ਿਸ਼ ਕਰ ਰਹੇ ਹਾਂ ਔਰ ਜਿੱਥੇ ਅਸੀਂ ਇਹਨਾਂ ਨੂੰ ਸਜ਼ਾ ਦੇਣ ਵਾਸਤੇ ਕੋਸ਼ਿਸ਼ ਕਰ ਰਹੇ ਹਾਂ, ਉੱਥੇ ਅਸੀਂ ਰੀਹੈਬਿਲਿਟੇਸ਼ਨ ਦਾ ਵੀ ਕੰਮ ਕਰ ਰਹੇ ਹਾਂ। ਅਸੀਂ 2017 ਵਿੱਚ ਅਸੀਂ ਹਾਈ ਕੋਰਟ ਵਿੱਚ ਕੇਸ ਪਾਇਆ ਸੀਗਾ, ਇੱਕ ਪਰਿਵਾਰ ਨੂੰ ਨੌਕਰੀ ਦਿੱਤੀ ਜਾਏ। 27 ਨਵੰਬਰ 2019 ਨੂੰ ਅਸੀਂ ਉਹ ਕੇਸ ਜਿੱਤੇ ਡੀਬੀ ਨੇ ਔਰ ਡੀਬੀ ਤੋਂ ਉਹ ਆਰਡਰ ਹੋਇਆ, ਉਹਦੇ ਵਿੱਚ ਅਸੀਂ 22 ਲੋਕਾਂ ਨੂੰ ਸਰਕਾਰੀ ਨੌਕਰੀ ਦਿਵਾਉਣ ਵਿੱਚ ਕਾਮਯਾਬ ਹੋ ਗਏ ਔਰ ਹੁਣ ਲੇਟੈਸਟ ਹੀ ਅਸੀਂ ਐਲਜੀ ਸਾਹਿਬ ਨੂੰ ਮਿਲ ਕੇ ਅਸੀਂ 3-4 ਚੀਜ਼ਾਂ ਮਨਾਉਣ ਵਿੱਚ ਅਸੀਂ ਕਾਮਯਾਬ ਹੋ ਗਏ ਔਰ ਸਾਡੇ ਨਾਲ ਜਿਹੜੀ ਮਾਤਾਵਾਂ ਭੈਣਾਂ ਗਈਆਂ ਸੀ ਔਰ ਐਲਜੀ ਸਾਹਿਬ ਖੁਦ ਭਾਵੁਕ ਹੋ ਗਏ ਕਿ ਜਿਸ ਘਰ ਦੇ ਵਿੱਚ 5-5 6-6 ਆਦਮੀ ਸ਼ਹੀਦ ਕੀਤੇ ਜਾਣ, ਉਹਨਾਂ ਦਾ ਕਮਾਉਣ ਵਾਲਾ ਕੋਈ ਨਾ ਹੋਏ, 2,500 ਪੈਨਸ਼ਨ ਨਾਲ ਗੁਜ਼ਾਰਾ ਹੋਏਗਾ। ਅੱਜ ਦੇ ਜ਼ਮਾਨੇ 'ਚ ਬਹੁਤ ਮੁਸ਼ਕਿਲ ਹੈ। ਸ਼ੁਰੂ ਤੋਂ ਹੀ 2,500 ਪੈਨਸ਼ਨ ਲਾਈ, ਉਹਨਾਂ ਦੀ 25,000 ਪੈਨਸ਼ਨ ਹੋਣੀ ਚਾਹੀਦੀ ਹੈ ਔਰ ਇੱਕ ਪਰਿਵਾਰ ਨੂੰ ਨੌਕਰੀ ਮਿਲਣੀ ਚਾਹੀਦੀ ਹੈ। ਐਲਜੀ ਸਾਹਿਬ ਨੇ ਸਾਈਨ ਕਰਤੇ ਨੇ, ਇਸ ਮਹੀਨੇ ਦੇ ਵਿੱਚ 50 ਲੋਕਾਂ ਨੂੰ ਨੌਕਰੀ ਦੇ ਜੁਆਇਨ ਹੋਏਗੀ ਔਰ ਨਾਲ ਹੀ 537 ਲੋਕਾਂ ਦੀ ਜਿਹੜੀ ਐਪਲੀਕੇਸ਼ਨਾਂ ਆਈਆਂ ਨੇ ਉਹ ਵੈਰੀਫਿਕੇਸ਼ਨ ਵਾਸਤੇ ਐਸਡੀਐਮ ਵੱਖ-ਵੱਖ ਕੋਰਟਾਂ 'ਚ ਭੇਜ ਦਿੱਤੀਆਂ ਗਈਆਂ ਨੇ, ਉਹਦੇ ਵਿੱਚ ਜਲਦੀ ਕਾਰਵਾਈ ਹੋ ਜਾਏਗੀ ਔਰ ਸਾਨੂੰ ਉਮੀਦ ਹੈ ਕਿ ਬਹੁਤ ਜਲਦੀ ਇਹਨਾਂ ਲੋਕਾਂ ਨੂੰ ਨਿਆਂ ਮਿਲੇਗਾ ਔਰ ਅਸੀਂ ਇਸ ਲੜਾਈ ਨੂੰ ਹਮੇਸ਼ਾ ਲੜਦੇ ਰਵਾਂਗੇ। ਅਸੀਂ ਆਪਣੇ ਕਾਤਲਾਂ ਨੂੰ ਨਾ ਭੁੱਲਾਂਗੇ, ਨਾ ਭੁੱਲ ਸਕਦੇ ਹਾਂ, ਹਮੇਸ਼ਾ ਅਸੀਂ ਯਾਦ ਰੱਖਦੇ ਹਾਂ ਔਰ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵੱਲੋਂ 1984 ਦੇ ਪੀੜਤ ਪਰਿਵਾਰਾਂ ਦੇ ਬੱਚਿਆਂ ਦੀ 80% ਫੀਸ ਅਸੀਂ ਮਾਫ ਕਰਾਈ ਹੈ ਔਰ ਕੋਰਟਾਂ 'ਚ ਅਸੀਂ ਲਗਾਤਾਰ ਲੜ ਰਹੇ ਹਾਂ ਔਰ ਕੱਲ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਵਿੱਚੋਂ ਰਕਾਬਗੰਜ ਸਾਹਿਬ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਦਾ ਸਮਾਗਮ ਹੈ, ਉਹਦੇ ਵਿੱਚ ਵੀ ਵੱਧ ਚੜ੍ਹ ਹਾਜ਼ਰੀ ਕਰੋਗੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।